ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜੀਤ ਹਰਜੀਤ ਚੌਹਾਨ ਐਂਟਰਟੇਨਮੈਂਟ ਦੇ ਚੈਨਲ ਤੇ ਤੁਹਾਡਾ ਸਵਾਗਤ ਕਰਦਾ। ਦੋਸਤੋ, ਅਸੀਂ ਚੈਨਲ ਜ਼ਰੀਏ ਇੱਕ ਨਵਾਂ ਪ੍ਰੋਗਰਾਮ ਕਲਮ ਦਾ ਸਫ਼ਰ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਮ ਦੇ ਸਫ਼ਰ ਵਿੱਚ ਅੱਜ ਸਾਡੇ ਨਾਲ ਹੋਣਗੇ ਮੈਡਮ ਸੁਖਵਿੰਦਰ ਕੌਰ ਸਿੱਧੂ। ਆਪਾਂ ਇਹਨਾਂ ਦੇ ਕਲਮ ਦੇ ਸਫ਼ਰ ਬਾਰੇ ਗੱਲਾਂ ਕਰਾਂਗੇ। ਆਓ ਸਵਾਗਤ ਕਰਦੇ ਹਾਂ ਮੈਡਮ ਸੁਖਵਿੰਦਰ ਕੌਰ ਸਿੱਧੂ ਹੋਰਾਂ ਦਾ। ਮੈਡਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਤੁਹਾਡਾ ਚੈਨਲ ਤੇ ਸਵਾਗਤ ਹੈ। ਧੰਨਵਾਦ ਜੀ। ਮੈਂ ਬਚਪਨ ਬਾਰੇ ਦੱਸੋ ਆਪਣੇ ਬਾਰੇ। ਮੇਰਾ ਬਚਪਨ ਪਿੰਡ ਮੂਲੋਵਾਲ, ਜ਼ਿਲ੍ਹਾ ਸੰਗਰੂਰ ਦੇ ਵਿੱਚ ਬੀਤਿਆ। ਠੀਕ ਹੈ ਜੀ। ਤੇ ਮੇਰੇ ਪਿਤਾ ਸਰਦਾਰ ਲਾਭ ਸਿੰਘ ਅਧਿਆਪਕ ਕਿੱਤੇ ਵਜੋਂ ਰਿਟਾਇਰ ਹੋਏ ਨੇ। ਮਾਤਾ ਸ਼੍ਰੀਮਤੀ ਹਰਜਿੰਦਰ ਕੌਰ ਜੀ। ਤੇ ਬਚਪਨ ਮੇਰਾ ਸਾਂਝੇ ਪਰਿਵਾਰ ਦੇ ਵਿੱਚ ਬੜੇ ਹੀ ਲਾਡ ਪਿਆਰ ਦੇ ਵਿੱਚ ਬੀਤਿਆ। ਅੱਛਾ ਜੀ। ਮੈਮ ਤੁਸੀਂ ਕਦੋਂ ਲਿਖਣਾ ਸ਼ੁਰੂ ਕੀਤਾ? ਮੈਨੂੰ ਪਹਿਲਾ ਅੱਖਰ ਤਾਂ ਯਾਦ ਨਹੀਂ ਕਿ ਜਦੋਂ ਮੇਰੇ ਮਨ ਦੇ ਵਿੱਚੋਂ ਨਿਕਲਿਆ ਹੋਵੇ। ਠੀਕ ਹੈ ਜੀ। ਮੈਂ ਇਹਨੂੰ ਕੁਦਰਤ ਦੀ ਦਾਤ ਮੰਨਦੀ ਹਾਂ, ਪਰ ਇੱਕ ਜ਼ਰੂਰ ਹੈ ਕਿ ਜਦੋਂ ਮੈਂ ਰਚਨਾ ਪੂਰੀ ਕਰਕੇ ਬੋਲੀ ਸੀ ਤਾਂ ਮੈਂ 7ਵੀਂ ਕਲਾਸ ਵਿੱਚ ਪੜ੍ਹਦੀ ਹੋਈ ਨੇ ਬਾਲ ਸਭਾ ਦੇ ਵਿੱਚ ਸ਼ਹੀਦ ਭਗਤ ਸਿੰਘ 'ਤੇ ਇੱਕ ਗੀਤ ਲਿਖ ਕੇ ਬੋਲਿਆ ਸੀ। ਅਤੇ ਉਹ ਮੈਨੂੰ ਅਜੇ ਤੱਕ ਵੀ ਯਾਦ ਹੈ, ਰੱਸਾ ਚੁੰਮ ਕੇ ਫਾਂਸੀ ਦਾ ਵੀਰਿਆ ਦੇਸ਼ ਆਜ਼ਾਦ ਕਰਵਾਈ। ਅੱਛਾ ਮੈਮ, ਜਿਵੇਂ ਤੁਸੀਂ ਭਗਤ ਸਿੰਘ ਹੋਰਾਂ ਦੀ ਗੱਲ ਕਰਦੇ ਹੋ, ਉਸ ਸਮਿਆਂ ਦੀ ਜੇ ਆਪਾਂ ਗੱਲ ਕਰੀਏ, ਸਕੂਲਾਂ 'ਚ ਬੱਚਿਆਂ ਨੂੰ ਸਾਹਿਤ ਦੇ ਲੜ ਲਾਇਆ ਜਾਂਦਾ ਸੀ ਜਾਂ ਤੁਹਾਡੇ ਖੁਦ ਦੇ ਜ਼ਿਹਨ 'ਚ ਇਹ ਗੱਲ ਸੀ ਕਿ ਮੈਂ ਲਿਖਾਂ? ਮਤਲਬ ਜੇ ਤੁਹਾਨੂੰ ਲਿਖਣ ਲਈ ਉਸ ਟਾਈਮ ਪ੍ਰੇਰਿਆ ਕਿਸ ਪਾਸੇ ਤੁਹਾਨੂੰ ਇਹ ਪ੍ਰੇਰਨਾ ਮਿਲੀ ਵੀ ਤੁਸੀਂ ਲਿਖਣਾ, ਜਾਂ ਅਧਿਆਪਕਾਂ ਵੱਲੋਂ ਪ੍ਰੇਰਨਾ ਹੁੰਦੀ ਸੀ ਵੀ ਤੁਸੀਂ ਇੱਦਾਂ ਬਾਲ ਸਾਹਿਤ ਦੇ ਵਿੱਚ ਗਾਉਣਾ? ਮੈਂ ਇਹ ਪ੍ਰੇਰਨਾ ਕਿਸੇ ਖਾਸ ਵਿਅਕਤੀ ਵੱਲੋਂ ਤਾਂ ਨਹੀਂ ਮੈਂ ਕਹਿ ਸਕਦੀ। ਇਹ ਮੈਂ ਇਸ ਕਲਾ ਨੂੰ ਵਾਹਿਗੁਰੂ ਦੀ ਬਖਸ਼ਿਸ਼ ਹੀ ਮੰਨਦੀ ਹਾਂ ਕਿ ਜਿਸ ਤਰ੍ਹਾਂ ਇੱਕ ਬੀਜ ਦੇ ਵਿੱਚੋਂ ਇੱਕ ਦਰਖਤ ਫੁੱਟਦਾ ਹੈ, ਇੱਕ ਸਾਹਿਤਕ ਮਨ ਦੇ ਵਿੱਚੋਂ ਕੁਦਰਤੀ ਤੌਰ ਤੇ ਇੱਕ ਰਚਨਾ ਜਿਹੜੀ ਆ ਉਹ ਫੁੱਟਦੀ ਹੈ। ਇਸੇ ਤਰ੍ਹਾਂ ਮੇਰੇ ਮਨ ਦੇ ਵਿੱਚ ਸ਼ਾਇਦ ਰਚਨਾਤਮਕ ਮਨ ਸ਼ੁਰੂ ਤੋਂ ਹੀ ਸੀਗਾ। ਤੇ ਬਾਲ ਸਭਾ ਦੇ ਵਿੱਚ ਮੈਨੂੰ ਹਮੇਸ਼ਾ ਕੁਛ ਇੱਕ ਵੱਖਰਾ ਕਰਨ ਦੀ ਮੇਰੀ ਜਿਹੜੀ ਹੈ ਬਚਪਨ ਤੋਂ ਹੀ ਇਹ ਇੱਛਾ ਰਹੀ ਹੈ। ਹਮੇਸ਼ਾ ਮੈਨੂੰ ਹੁੰਦਾ ਸੀ ਕਿ ਉਹੀ ਕਿਤਾਬਾਂ ਦੇ ਵਿੱਚੋਂ ਕਵਿਤਾਵਾਂ ਨਾ ਬੋਲੀਆਂ ਜਾਣ, ਮੈਂ ਕੁਛ ਵੱਖਰਾ ਕਰਾਂ। ਤਾਂ ਮੈਂ ਉਹ ਰਚਨਾ ਜਦੋਂ ਲਿਖ ਕੇ ਬੋਲੀ ਤਾਂ ਅਧਿਆਪਕਾਂ ਨੇ ਮੈਨੂੰ ਬਹੁਤ ਹੱਲਾਸ਼ੇਰੀ ਦਿੱਤੀ, ਸ਼ਾਬਾਸ਼ ਦਿੱਤੀ, ਤੇ ਮੈਨੂੰ ਬਹੁਤ ਵਧੀਆ ਲੱਗਿਆ ਇਸ ਚੀਜ਼ ਤੋਂ। ਠੀਕ ਹੈ ਜੀ। ਕਹਿਣ ਦਾ ਮਤਲਬ ਵੀ ਜਿਵੇਂ ਆਪਾਂ ਕਹਿੰਦੇ ਕਿ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਰਕੇ ਹਟੇ ਸੀ ਕਿ ਲਿਖਣਾ ਜਿਹੜਾ ਹੈਗਾ ਉਹ ਕੁਦਰਤੀ ਹੁੰਦਾ, ਤੁਸੀਂ ਸਮੇਂ ਨਾਲ ਸਿੱਖ ਕੇ ਉਹਨੂੰ ਨਿਖਾਰ ਸਕਦੇ ਹੋ। ਇਹ ਤੁਹਾਡੇ 'ਚ ਇਹ ਚੀਜ਼ ਪਹਿਲਾਂ ਹੀ ਸੀਗੀ ਕਿ ਤੁਸੀਂ ਲਿਖਣ ਦੇ ਰਾਹ ਹੀ ਪੈਣਾ? ਨਹੀਂ, ਦੇਖੋ, ਮੈਨੂੰ ਨਹੀਂ ਸੀ ਪਤਾ ਕਿ ਮੈਂ ਕੁਛ ਲਿਖ ਰਹੀ ਹਾਂ ਜਾਂ ਕਿਵੇਂ ਵੀ। ਇਹ ਬਾਲਪਣ ਸੀ, ਬਚਪਨ ਸੀ ਕਹਿ ਲਓ, ਜਿਹਦੇ 'ਚੋਂ ਮੈਨੂੰ ਨਹੀਂ ਸੀ ਪਤਾ ਕਿ ਮੈਂ ਕਿਸੇ ਘਟਨਾ ਨੂੰ ਲੈ ਕੇ ਉਸੇ ਟਾਈਮ ਉਹਦੇ 'ਤੇ ਇੱਕ ਕਵਿਤਾ ਜੀ ਬਣਾ ਦੇਣੀ ਜਾਂ ਕੋਈ ਗੱਲ ਜੀ ਬਣਾ ਦੇਣੀ। ਅਤੇ ਪਹਿਲੀ ਵਾਰ ਮੈਨੂੰ ਜਦੋਂ ਲੱਗਿਆ ਸੀਗਾ, ਮੈਂ ਕਾਲਜ ਦੇ ਵਿੱਚ ਸੀਗੀ, ਤਾਂ ਸਾਡਾ ਇਕਨੋਮਿਕਸ ਦਾ ਪੀਰੀਅਡ ਲੱਗਿਆ ਸੀ। ਤਾਂ ਮੈਨੂੰ ਮੈਡਮ ਕਹਿਣ ਲੱਗੇ ਸਾਨੂੰ ਸਾਰੀ ਕਲਾਸ ਨੂੰ ਕਿ ਕਾਲਜ ਦਾ ਮੈਗਜ਼ੀਨ ਛਪਣਾ ਹੈਗਾ। ਮੈਂ ਖਾਲਸਾ ਕਾਲਜ ਵੀਮੈਨ ਦੀ ਗੱਲ ਕਰਦੀ ਹਾਂ ਕਿ ਤੁਸੀਂ ਕੋਈ ਵੀ ਰਚਨਾ ਦੇ ਸਕਦੇ ਹੋ ਤਾਂ ਜਿਹੜੀ ਕਿ ਆਪਾਂ ਮੈਗਜ਼ੀਨ ਲਈ ਸਿਲੈਕਟ ਕਰਾਂਗੇ। ਅਗਰ ਤੁਹਾਡੀ ਰਚਨਾ ਸਿਲੈਕਟ ਹੁੰਦੀ ਹੈ ਤਾਂ ਤੁਸੀਂ ਮੈਗਜ਼ੀਨ ਦੇ ਵਿੱਚ ਛਪ ਜਾਓਗੇ। ਪਤਾ ਨਹੀਂ ਉਸ ਟਾਈਮ ਮੈਨੂੰ ਪਤਾ ਵੀ ਮੈਂ ਵਿਚਕਾਰਲੇ ਜੇ ਬੈਂਚ 'ਤੇ ਬੈਠੀ ਹੋਈ ਸੀ ਅਤੇ ਬੜੀ ਖੂਬਸੂਰਤ ਇੱਕ ਰਚਨਾ ਮੇਰੇ ਮਨ 'ਚੋਂ ਆਪਣੇ ਆਪ ਹੋਈ ਕਿ ਇਕਨੋਮਿਕਸ ਬਣਾਉਣ ਵਾਲਿਆ ਇਕਨੋਮਿਕਸ ਕਿਉਂ ਬਣਾਈ, ਇਕਨੋਮਿਕਸ ਨੂੰ ਮੇਰੀ ਸਦਾ ਸਲਾਮ, ਕਿਉਂਕਿ ਨਵਾਂ ਸਬਜੈਕਟ ਸੀ, ਇੱਕਦਮ ਮੰਗ ਪੂਰਤੀ ਜਿਹੀ ਔਖੀ ਲੱਗੀ ਸੀਗੀ। ਅਤੇ ਉਹ ਮੇਰੀ ਰਚਨਾ ਜਿਹੜੀ ਸੀ ਕਾਲਜ ਮੈਗਜ਼ੀਨ 'ਚ ਛਪੀ। ਉਸ ਤੋਂ ਬਾਅਦ ਜਿੰਨੀ ਵੀ ਕਾਲਜ ਮੈਗਜ਼ੀਨ ਛਪੇ ਤਾਂ ਮੇਰੀ ਰਚਨਾ ਛਪਦੀ ਰਹਿੰਦੀ, ਇੱਥੋਂ ਤੱਕ ਕਿ B.Ed ਮੈਂ ਮਾਲਵਾ ਸੈਂਟਰਲ ਕਾਲਜ ਆਫ ਲੁਧਿਆਣਾ ਕੀਤੀ ਹੈ। ਤਾਂ B.Ed ਦੇ ਵਿੱਚ ਮੇਰੀ ਰਚਨਾ ਮੇਰੇ ਫਰੰਟ ਪੇਜ 'ਤੇ ਛਪੀ। ਮੈਂ ਲਿਖਿਆ ਸੀ, ਇਹ ਮੇਰੇ ਕਾਲਜ ਪਿਆਰੇ, ਇਹ ਮੇਰੀ ਜ਼ਿੰਦਗੀ ਦੇ ਸਿਤਾਰੇ। ਤਾਂ ਮੈਨੂੰ ਨਹੀਂ ਸੀ ਪਤਾ ਕਿ ਮੈਂ ਇਸ ਤਰ੍ਹਾਂ ਦਾ ਇੱਕ ਜਿਹੜਾ ਰਚਨਾਤਮਕ ਜਿਹੜਾ ਮਨ ਹੈ ਉਹ ਮੇਰੇ ਅੰਦਰ ਵਸਿਆ ਹੋਇਆ। ਮੈਨੂੰ ਇਸ ਚੀਜ਼ ਦਾ ਇਲਮ ਨਹੀਂ ਸੀ, ਮੈਂ ਤਾਂ ਭੋਲੇ ਭਾਈ ਲਿਖੀ ਜਾਂਦੀ ਸੀਗੀ। ਮੈਮ, ਪਰਿਵਾਰ ਵੱਲੋਂ ਕੁੜੀਆਂ ਨੂੰ ਅਕਸਰ ਇਹ ਰਾਹ ਜਾਣ ਤੋਂ ਰੋਕਿਆ ਜਾਂਦਾ, ਤੁਹਾਨੂੰ ਕਿੰਨਾ ਕੁ ਸਹਿਯੋਗ ਸੀ? ਦੇਖੋ, ਮੇਰਾ ਬਚਪਨ ਬਹੁਤ ਲਾਡਾਂ ਪਿਆਰਾਂ 'ਚ ਬੀਤਿਆ। ਮੈਨੂੰ ਕਦੇ ਅਹਿਸਾਸ ਹੀ ਨਹੀਂ ਹੋਇਆ ਕਿ ਮੈਂ ਲੜਕੀ ਹਾਂ। ਮੇਰੇ ਪਾਪਾ ਨੇ ਮੈਨੂੰ ਹਾਇਰ ਐਜੂਕੇਸ਼ਨ ਦਿੱਤੀ, ਕਾਲਜ ਲਾਈਫ B.Ed ਮੈਂ ਹੋਸਟਲ 'ਚ ਰਹਿ ਕੇ ਕੀਤੀ ਹੈ ਨਾ। ਤਾਂ ਮੈਨੂੰ ਕਦੇ ਇਸ ਚੀਜ਼ ਦੀ ਬੰਦਿਸ਼ ਨਹੀਂ ਮਹਿਸੂਸ ਹੋਈ ਕਿ ਮੈਂ ਇੱਕ ਲੜਕੀ ਹਾਂ। ਅਤੇ ਇੱਕ ਵਾਰ ਦੀ ਮੈਨੂੰ ਗੱਲ ਬਹੁਤ ਯਾਦ ਹੈ, ਜਦੋਂ 10ਵੀਂ ਮੈਂ ਬਹੁਤ ਛੋਟੀ ਉਮਰ 'ਚ ਕਰ ਲਈ ਸੀ। ਮੈਂ 14 ਸਾਲ ਦੀ ਨੇ 10ਵੀਂ ਕਰ ਲਈ ਸੀਗੀ। ਤਾਂ ਮੇਰੇ ਪਾਪਾ ਮੈਨੂੰ ਹੋਸਟਲ 'ਚ ਛੱਡਣ ਗਏ ਸੀ, ਖਾਲਸਾ ਕਾਲਜ ਵੀਮੈਨ ਸਿੱਧਵਾਂ ਖੁਰਦ। ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਪੁੱਤ, ਮੈਂ ਤੈਨੂੰ ਘਰ ਤੋਂ ਬਹੁਤ ਦੂਰ ਛੱਡ ਕੇ ਚੱਲੀ ਹਾਂ ਅਤੇ ਤੈਂ ਸੰਭਲ ਕੇ ਰਹਿਣਾ ਹੈ। ਪਤਾ ਨਹੀਂ, ਮੈਂ ਬਹੁਤ ਛੋਟੀ ਸੀ, ਮੈਨੂੰ ਨਹੀਂ ਪਤਾ, ਮੈਨੂੰ ਹੁਣ ਵੀ ਨਹੀਂ ਪਤਾ ਵੀ ਉਹ ਗੱਲ ਮੇਰੇ ਜ਼ਿਹਨ 'ਚ ਕਿਵੇਂ ਆਈ, ਪਰ ਮੈਨੂੰ ਪੂਰੀ ਚੰਗੀ ਤਰ੍ਹਾਂ ਹਜੇ ਵੀ ਉਹ ਮੇਰੀ ਜਿਹੜੀ ਸਾਡਾ ਜਿਹੜਾ ਰੂਮ ਸੀਗਾ
ਸਾਡਾ ਜਿੱਥੇ ਗੈਸਟ ਰੂਮ ਸੀ ਉਹਦੇ ਬਾਹਰ ਖੜੇ ਮੈਨੂੰ ਹਜੇ ਵੀ ਉਵੇਂ ਗੱਲ ਯਾਦ ਆਉਂਦੀ ਹੈ ਨਾ। ਇੱਥੋਂ ਤੱਕ ਕਿ ਮੈਨੂੰ ਇਹ ਵੀ ਯਾਦ ਹੈ ਕਿ ਮੈਂ ਉਸ ਟਾਈਮ ਜਿਹੜਾ ਸੀ ਉਹ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ। ਕੀ ਬਾਤ ਹੈ। ਮੈਂ ਕਿਹਾ ਵੀ ਡੈਡੀ ਤੁਹਾਨੂੰ ਮੇਰੇ ਤੇ ਵਿਸ਼ਵਾਸ ਹੈ? ਉਹ ਕਹਿੰਦੇ ਪੁੱਤ ਜੇ ਵਿਸ਼ਵਾਸ ਹੈ ਤਾਂ ਹੀ ਇੱਥੇ ਤੱਕ ਲਿਆਇਆ। ਮੈਂ ਕਿਹਾ ਡੈਡੀ ਇਹ ਵਿਸ਼ਵਾਸ ਜ਼ਿੰਦਗੀ ਭਰ ਟੁੱਟੂਗਾ ਨਹੀਂ, ਮੇਰੇ ਨਾਮ ਨਾਲ ਤੁਹਾਡਾ ਸਿਰ ਹਮੇਸ਼ਾ ਉੱਚਾ ਹੀ ਹੋਊਗਾ, ਕਦੇ ਵੀ ਤੁਹਾਨੂੰ ਸਿਰ ਝੁਕਾਉਣਾ ਨਹੀਂ ਪਊਗਾ। ਤੇ ਉਹੀ ਜਿਹੜਾ ਇੱਕ ਵਿਚਾਰ ਸੀ ਮੇਰੇ ਮਨ 'ਚ ਰਿਹਾ ਤੇ ਅੱਜ ਤੱਕ ਜੋ ਵੀ ਕੰਮ ਹੋਇਆ ਤਾਂ ਮੈਨੂੰ ਇਹ ਮਾਣ ਨਾਲ ਕਹਿ ਸਕਦੀ ਹਾਂ ਕਿ ਮੇਰੇ ਪਾਪਾ ਸਮਾਜ ਦੇ ਵਿੱਚ ਸਿਰ ਉੱਚਾ ਕਰਕੇ ਕਹਿ ਸਕਦੇ ਨੇ ਕਿ ਮੈਂ ਸੁਖਵਿੰਦਰ ਕੌਰ ਸਿੱਧੂ ਦਾ ਪੁੱਤ। ਕੀ ਬਾਤ ਹੈ। ਬਿਲਕੁਲ ਮੈਮ, ਇਹ ਸਾਨੂੰ ਸਾਰਿਆਂ ਨੂੰ ਹੀ ਮਾਣ ਹੈ। ਅਸੀਂ ਅੱਜ ਤੁਹਾਡੀ ਇੰਟਰਵਿਊ ਕਰ ਰਹੇ ਹਾਂ, ਸਾਨੂੰ ਵੀ ਮਾਣ ਹੁੰਦਾ ਕਿ ਤੁਸੀਂ ਸਾਹਿਤ ਦੇ ਵਿਹੜੇ ਜਿਹੜੀਆਂ ਵੱਖਰੀਆਂ ਪੈੜਾਂ ਪਾਈਆਂ। ਹਰਜੀਤ ਵੀਰ, ਮੈਂ ਤੁਹਾਡੀ ਗੱਲ ਨੂੰ ਰੋਕ ਕੇ ਇੱਕ ਗੱਲ ਇੱਥੇ ਕਹਿਣੀ ਆ ਕਿ ਅਗਰ ਸਾਡੇ ਸਮਾਜ ਦਾ ਹਰ ਨੌਜਵਾਨ, ਚਾਹੇ ਉਹ ਲੜਕਾ ਹੈ ਚਾਹੇ ਉਹ ਲੜਕੀ ਹੈ, ਇੱਕ ਗੱਲ ਆਪਣੇ ਮਨ ਦੇ ਵਿੱਚ ਪਾ ਲੇ ਕਿ ਮੈਂ ਕਦੇ ਵੀ ਜ਼ਿੰਦਗੀ 'ਚ ਉਹ ਕੰਮ ਨਹੀਂ ਕਰਨਾ ਜਿਹਦੇ ਨਾਲ ਮੇਰੇ ਮਾਂ-ਬਾਪ ਦਾ ਸਿਰ ਨੀਵਾਂ ਹੋਵੇ, ਤਾਂ ਸਮਾਜ ਦੇ ਵਿੱਚ ਕੋਈ ਕੁਰੀਤੀ ਨਾ ਆਵੇ। ਕੀ ਬਾਤ ਹੈ। ਬਿਲਕੁਲ। ਅਗਰ ਹਰ ਇੱਕ ਕਲਮ, ਹਰ ਇੱਕ ਲੇਖਕ ਆਪਣੀ ਕਲਮ ਨਾਲ ਇਹ ਵਾਅਦਾ ਕਰ ਲੇ ਕਿ ਮੈਂ ਉਹ ਸ਼ਬਦ ਹੀ ਨਹੀਂ ਲਿਖਣਾ ਜਿਸ ਨਾਲ ਮੇਰੇ ਸਮਾਜ ਦੇ ਵਿੱਚ ਇਸ ਸਾਹਿਤ ਪ੍ਰਤੀ ਲੋਕਾਂ ਦਾ ਵਿਚਾਰ ਨੈਗੇਟਿਵ ਆਵੇ, ਤਾਂ ਕਦੇ ਵੀ ਅਜਿਹੇ ਸਾਹਿਤ ਦਾ ਜਨਮ ਨਾ ਹੋਵੇ ਜਿਹੜਾ ਅੱਜ ਸਾਨੂੰ ਸੁਣਦਿਆਂ ਨੂੰ ਸ਼ਰਮ ਆਉਂਦੀ। ਕੀ ਬਾਤ, ਬਹੁਤ ਵੱਡੀ ਗੱਲ ਤੁਸੀਂ ਕਹੀ ਹੈ ਮੈਮ। ਇਸੇ ਲਈ ਮੇਰਾ ਸਵਾਲ ਸੀਗਾ ਕਿਉਂਕਿ ਜਿਵੇਂ ਆਪਾਂ ਤੁਸੀਂ ਲਿਖਣ ਦੀ ਗੱਲ ਕਰਦੇ ਹੋ ਕਿ ਉਹਨਾਂ ਸਮਿਆਂ 'ਚ ਗੀਤ ਲਿਖਣਾ, ਖਾਸ ਕਰਕੇ ਕਵਿਤਾ ਲਿਖਣਾ, ਉਹ ਲਿਖਣ ਤੋਂ ਹੀ ਪਰਿਵਾਰ ਵਰਜ ਦਿੰਦਾ ਸੀ। ਤੁਸੀਂ ਖੁਸ਼ਕਿਸਮਤ ਰਹੇ ਕਿ ਤੁਹਾਨੂੰ ਇਸ ਚੀਜ਼ੋਂ ਅੱਗੇ ਤੋਰਿਆ ਗਿਆ ਕਿ ਤੁਸੀਂ ਇਹ ਰਾਹ ਚੱਲੋ। ਹਾਂਜੀ। ਉਸ ਤੋਂ ਮੈਮ ਅਗੜਾ ਇੱਕ ਬੜਾ ਕਰੂਸ਼ਲ ਪੜਾਅ ਹੁੰਦਾ ਔਰਤ ਦੀ ਜ਼ਿੰਦਗੀ 'ਚ, ਹਾਲਾਂਕਿ ਦੋਨੋਂ ਹੀ ਹੁੰਦਾ ਕਿਉਂਕਿ ਵਿਆਹ ਜਿਹੜਾ ਉਹ ਦੋਨਾਂ ਲਈ ਬਿਲਕੁਲ। ਪਰਿਵਾਰ ਨੇ ਤੁਹਾਨੂੰ ਸਹਿਯੋਗ ਕੀਤਾ। ਉਸ ਤੋਂ ਬਾਅਦ ਜੇ ਆਪਾਂ ਮੈਰਿਜ ਲਾਈਫ ਦੀ ਗੱਲ ਕਰੀਏ, ਇੱਥੋਂ ਕਿਸ ਤਰੀਕੇ ਦਾ ਸਹਿਯੋਗ ਸੀ? ਤੁਹਾਡੀ ਕਲਮ ਨੂੰ ਇੱਥੋਂ ਹੁੰਗਾਰਾ ਮਿਲਿਆ ਜਾਂ ਉਹਨੂੰ ਦਬਾਇਆ ਗਿਆ? ਵਿਆਹ ਜ਼ਿੰਦਗੀ ਦਾ ਇੱਕ ਅਜਿਹਾ ਮੋੜ ਹੁੰਦਾ ਹਰਜੀਤ ਵੀਰ, ਜਦੋਂ ਬੰਦਾ ਇੱਕ ਅਜਿਹਾ ਮਤਲਬ ਕਹੀਏ ਕਿ ਮੋੜ ਕੱਟਦਾ ਕਿ ਜਾਂ ਤਾਂ ਉਹ ਖੁਸ਼ਹਾਲੀ ਵੱਲ ਚਲਿਆ ਜਾਂਦਾ ਹੈ ਜਾਂ ਉਹ ਆਪਣੇ ਸੁਪਨਿਆਂ ਨੂੰ ਦੱਬ ਕੇ ਕਿਸੇ ਹੋਰ ਦੁਨੀਆ 'ਚ ਵਿਚਰਨਾ ਸ਼ੁਰੂ ਕਰ ਦਿੰਦਾ ਹੈ। ਖਾਸ ਤੌਰ 'ਤੇ ਮਾਨਸਿਕ ਬਿਮਾਰੀਆਂ ਜਿਹੜੀਆਂ ਸਾਡੇ 'ਚ ਪੈਦਾ ਹੁੰਦੀਆਂ ਨੇ ਉਹ ਉਦੋਂ ਹੀ ਪੈਦਾ ਹੁੰਦੀਆਂ ਨੇ ਜਦੋਂ ਸਾਡੀਆਂ ਭਾਵਨਾਵਾਂ ਦੱਬੀਆਂ ਜਾਂਦੀਆਂ ਨੇ। ਜੀਣਾ ਪਵੇ। ਬਿਲਕੁਲ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਜੋ ਮੈਂ ਅੱਜ ਹਾਂ ਮੇਰੇ ਪਤੀ ਸਰਦਾਰ ਕਰਮਜੀਤ ਸਿੰਘ ਸਿੱਧੂ ਦੀ ਵਜ੍ਹਾ ਤੋਂ ਹਾਂ। ਕੀ ਬਾਤ। ਮੇਰੇ ਸਹੁਰਾ ਪਰਿਵਾਰ 'ਚੋਂ ਮੇਰੇ ਫਾਦਰ ਇਨ ਲਾਅ, ਮੇਰੇ ਸਹੁਰਾ ਸਾਹਿਬ, ਮੇਰੇ ਸੱਸ ਮਾਂ, ਮੇਰਾ ਦਿਓਰ ਦਰਾਣੀ, ਜੋ ਵੀ ਪਰਿਵਾਰ ਹੈ, ਪੇਕਾ ਪਰਿਵਾਰ, ਸਹੁਰਾ ਪਰਿਵਾਰ, ਜਦੋਂ ਵੀ ਮੇਰੀ ਕੋਈ ਰਚਨਾ ਛਪਦੀ ਹੈ ਜਾਂ ਮੇਰੀ ਕੋਈ ਕਿਤਾਬ ਆਉਂਦੀ ਹੈ ਤਾਂ ਸਾਰੇ ਮੈਨੂੰ ਬਹੁਤ ਪਿਆਰ, ਦੁਲਾਰ ਅਤੇ ਆਸ਼ੀਰਵਾਦ ਦਿੰਦੇ ਨੇ ਅਤੇ ਮੈਂ ਇਸ ਪੱਖੋਂ ਬਹੁਤ ਖੁਸ਼ਕਿਸਮਤ ਹਾਂ। ਇੱਥੋਂ ਤੱਕ ਕਿ ਜੇ ਕਿਸੇ ਕਵੀ ਦਰਬਾਰ 'ਚ ਕਿਤੇ ਜਾਣਾ ਹੋਵੇ, ਮੇਰੇ ਹਸਬੈਂਡ ਨੂੰ ਟਾਈਮ ਨਾ ਹੋਵੇ ਤਾਂ ਸਾਡੇ ਬਾਪੂ ਜੀ ਕਹਿੰਦੇ ਨੇ ਨਹੀਂ ਪੁੱਤ ਆਪਾਂ ਉੱਥੇ ਜਾਣਾ ਜ਼ਰੂਰ ਹੈ, ਉਹ ਖੁਦ ਮੇਰੇ ਨਾਲ ਜਾਂਦੇ ਨੇ। ਮੈਨੂੰ ਇਸ ਚੀਜ਼ ਦਾ ਬਹੁਤ ਮਾਣ ਹੈ। ਬਿਲਕੁਲ ਮੈਮ, ਬਹੁਤ ਵੱਡੀ ਗੱਲ। ਇਸੇ ਗੱਲ ਨੂੰ ਹੀ ਮੈਂ ਅੱਗੇ ਤੋਰਾਂ। ਜੇ ਇਹ ਗੱਲ ਸੀਗੀ ਕਿ ਤੁਹਾਡਾ ਜਿਹੜਾ ਅੰਦਾਜ਼ ਹੈ ਵਿਚਰਨ ਦਾ, ਚਾਹੇ ਉਹ ਸਮਾਜ 'ਚ ਲਾ ਲਈਏ ਆਪਾਂ ਜਾਂ ਕਿਸੇ ਸਾਹਿਤਕ ਮਹਿਫਲ ਦੇ ਵਿੱਚ ਲਾ ਲਈਏ, ਤੁਸੀਂ ਬੜੇ ਬੇਬਾਕ ਤਰੀਕੇ ਨਾਲ ਵਿਚਰਦੇ ਹੋ। ਇਹਦਾ ਕਾਰਨ ਕੀ ਹੈ? ਕਿਉਂਕਿ ਕੁੜੀਆਂ ਨੂੰ ਨਾ ਬੜਾ ਰਿਜ਼ਰਵ ਜਿਹਾ ਰਹਿਣਾ ਪੈਂਦਾ ਔਰ ਤੁਸੀਂ ਜਿਵੇਂ ਹੁਣ ਆਪਾਂ ਵਿਚਰ ਰਹੇ ਹਾਂ, ਜਦੋਂ ਮੈਂ ਆਇਆ ਤੁਹਾਡੇ ਕੋਲ, ਤੁਸੀਂ ਹੋਰ ਕਿਉਂਕਿ ਆਪਣਾਪਣ ਤੁਹਾਡੇ 'ਚ ਮਹਿਸੂਸ ਹੁੰਦਾ ਔਰ ਤੁਸੀਂ ਜਿਹੜੀਆਂ ਆਪਣੀਆਂ ਲਿਮਿਟਸ ਨੇ ਉਹ ਵੀ ਬਰਕਰਾਰ ਰੱਖਦੇ ਹੋ ਔਰ ਬੜੇ ਬੇਬਾਕ ਤਰੀਕੇ ਨਾਲ ਵਿਚਰ। ਇਹ ਜਿਹੜੀ ਗੁੜਤੀ ਹੈ ਇਹ ਸਹੁਰਾ ਪਰਿਵਾਰ ਦੀ ਹੈ ਜਾਂ ਪੇਕੇ ਪਰਿਵਾਰ ਦੀ ਹੈ? ਇਹਦੇ ਵਿੱਚ ਸ਼ੁਰੂਆਤ ਤਾਂ ਪੇਕੇ ਪਰਿਵਾਰ ਤੋਂ ਹੈ। ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੈਨੂੰ ਕੋਈ ਇਹੋ ਜਿਹਾ ਸਾਹਮਣਾ ਹੀ ਨਹੀਂ ਕਰਨਾ ਪਿਆ ਕਿ ਮੈਨੂੰ ਇੱਕ ਲੜਕੀ ਦੇ ਤੌਰ 'ਤੇ ਕਿਸੇ ਪੱਖੋਂ ਦਬਾਅ ਮਿਲਿਆ ਹੋਵੇ, ਹੈ ਨਾ। ਮੈਨੂੰ ਬਹੁਤ ਲਾਡ ਪਿਆਰ ਮਿਲਿਆ। ਉਸ ਤੋਂ ਬਾਅਦ ਸਹੁਰਾ ਪਰਿਵਾਰ ਜਿਨ੍ਹਾਂ ਨੇ ਮੇਰੀ ਹਰ ਇੱਛਾ, ਮੇਰਾ ਹਰ ਸੁਪਨਾ ਪੂਰਾ ਕੀਤਾ। ਅਤੇ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਆਪਣੀ ਸ਼ਖਸੀਅਤ ਦੇ ਵਿੱਚ ਤੁਸੀਂ ਉਹ ਗੁਣ ਪੈਦਾ ਕੀਤੇ ਨੇ ਕਿ ਤੁਹਾਡੇ ਪੇਕੇ ਸਹੁਰਿਆਂ ਨੂੰ ਤੁਹਾਡੇ 'ਤੇ ਇੰਨਾ ਕੁ ਵਿਸ਼ਵਾਸ ਹੈ ਕਿ ਜੋ ਕੰਮ ਕਰੂਗੀ ਵਧੀਆ ਹੀ ਕਰੂਗੀ, ਤਾਂ ਉਹ ਤੁਹਾਡੇ ਨਾਲ ਖੜਦੇ ਨੇ। ਬਿਲਕੁਲ ਜੀ। ਕਹਿਣ ਦਾ ਮਤਲਬ ਜੇ ਤੁਸੀਂ ਸਹੀ ਰਾਹ ਤੁਰ ਰਹੇ ਹੋ, ਤੁਹਾਡੇ 'ਚ ਕਾਣਵੀਨ ਨਹੀਂ ਹੈਗੀ ਕੋਈ, ਤਾਂ ਤੁਹਾਨੂੰ ਸਾਰਾ ਸਮਾਜ ਹੀ ਚਾਹੇ ਉਹ ਪਰਿਵਾਰ ਵੀ ਨਾ ਹੋਵੇ ਤਾਂ ਉਹ ਤੁਹਾਨੂੰ ਅੱਗੇ ਹੀ ਲੈ ਕੇ। ਬਿਲਕੁਲ ਬਿਲਕੁਲ ਮੈਮ, ਸਾਹਿਤਕ ਸਫ਼ਰ ਦੀ ਜੇ ਆਪਾਂ ਗੱਲ ਕਰੀਏ, ਅੱਧੀ ਦਰਜਨ ਤੁਹਾਡੀਆਂ ਸਾਹਿਤਕ ਵਿਹੜੇ ਕਿਤਾਬਾਂ ਨੇ। ਹਾਂਜੀ। ਆਉਣ ਵਾਲੇ ਸਮੇਂ 'ਚ ਜਿਵੇਂ ਆਪਾਂ ਬਾਲ ਨਾਵਲ ਦਾ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ, ਹੋਰ ਕੀ ਲੈ ਕੇ ਆ ਰਹੇ? ਸਭ ਤੋਂ ਪਹਿਲਾਂ ਮੇਰੀ ਸ਼ੁਰੂਆਤ ਜਿਹੜੀ ਸੀ ਉਹ ਮੇਰਾ ਕਾਵਿ ਸੰਗ੍ਰਹਿ ਸੀ ਜਾਗਦੀਆਂ ਅੱਖਾਂ ਦੇ ਸੁਪਨੇ। ਮੈਨੂੰ ਨਹੀਂ ਪਤਾ ਕਿਹੜੀ ਘਟਨਾ, ਕਿਹੜੀ ਰਚਨਾ ਕਦੋਂ ਘੜੀ ਗਈ ਹੈ ਨਾ, ਅਤੇ ਇਹ ਕੁਦਰਤ ਦੀ ਦਾਤ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ। ਅਤੇ ਉਹਨੂੰ ਬਹੁਤ ਹੀ ਪਾਠਕਾਂ ਦਾ ਪਿਆਰ ਮਿਲਿਆ ਅਤੇ ਇੱਥੋਂ ਤੱਕ ਕਿ ਉਹ ਕੈਨੇਡਾ ਦੇ ਵਿੱਚ ਵੀ ਜਦੋਂ ਜਾ ਕੇ ਮੇਰੇ ਹਸਬੈਂਡ ਨੇ ਸਾਹਿਤਕ ਸਰਗਰਮੀਆਂ ਦੇ ਵਿੱਚ ਉਹ ਵੀ ਬਹੁਤ ਵਿਚਰਦੇ ਰਹਿੰਦੇ ਨੇ, ਹੈ ਨਾ।
ਉੱਥੇ ਜਦੋਂ ਉਹਨਾਂ ਨੇ ਕਿਤਾਬ ਪੜ੍ਹਨ ਲਈ ਦਿੱਤੀ ਤਾਂ ਉਹ ਜਿਹੜੇ ਸੀਗੇ ਉਹ ਕੈਲਗਰੀ ਵਿਖੇ ਸ਼ਬਦ ਸਾਂਝ ਜਿਹੜੀ ਸਾਹਿਤਕ ਸਭਾ ਸੀ ਉਹਨਾਂ ਦੇ ਬੜੇ ਅਹੁਦੇਦਾਰ ਸੀਗੇ। ਉਹ ਕਹਿੰਦੇ ਵੀ ਇਸ ਕਿਤਾਬ ਨੂੰ ਅਸੀਂ ਇੱਥੇ ਰਿਲੀਜ਼ ਕਰਾਂਗੇ, ਤਾਂ ਉਹਨਾਂ ਨੇ ਉਹ ਮੇਰੀ ਕਿਤਾਬ ਮੇਰੀ ਗੈਰ ਹਾਜ਼ਰੀ ਦੇ ਵਿੱਚ ਰਿਲੀਜ਼ ਕਰਕੇ ਮੈਨੂੰ ਸ਼ਬਦਾਂ ਦੀ ਜਾਦੂਗਰਨੀ ਦਾ ਖਿਤਾਬ ਦਿੱਤਾ, ਜਿਹੜਾ ਕਿ ਮੈਂ ਇਹ ਖਿਤਾਬ ਆਪਣੀ ਮਾਂ ਅਤੇ ਦਾਦੀ ਦੀ ਝੋਲੀ 'ਚ ਪਾਉਂਦੀ ਹਾਂ, ਜਿਨ੍ਹਾਂ ਤੋਂ ਮੈਨੂੰ ਇਹ ਸ਼ਬਦਾਵਲੀ ਮਿਲੀ ਹੈ। ਬਿਲਕੁਲ ਜੀ। ਇੱਥੇ ਮੈਮ ਸਵਾਲ ਇੱਕ ਮੇਰਾ ਇਸੇ ਗੱਲ ਨੂੰ ਜੇ ਆਪਾਂ ਗੱਲ ਕਰੀਏ, ਮੈਂ ਤੁਹਾਨੂੰ ਪੁੱਛਣਾ ਵੀ ਚਾਹ ਰਿਹਾ, ਕੁਦਰਤੀ ਆਪਾਂ ਉਸ ਗੱਲ 'ਤੇ ਆ ਗਏ ਕਿ ਤੁਹਾਡੀਆਂ ਜਿਹੜੀਆਂ ਲਿਖਤਾਂ ਨੇ, ਚਾਹੇ ਉਹ ਕਹਾਣੀ ਹੈ, ਚਾਹੇ ਤੁਸੀਂ ਕੋਈ ਕਵਿਤਾ ਲਿਖਦੇ ਹੋ ਜਾਂ ਗੀਤ ਲਿਖਦੇ ਹੋ, ਉਹਦੇ ਵਿੱਚ ਪੁਰਾਤਨ ਸ਼ਬਦ ਜਿਹੜੇ ਆਪਣੇ ਸੱਭਿਆਚਾਰ ਦਾ ਅਮੀਰ ਖਜ਼ਾਨਾ ਹੈ ਉਹ ਬਹੁਤ ਦੇਖਣ ਨੂੰ ਮਿਲਦੇ। ਇਹਦਾ ਕੀ ਕਾਰਨ ਸਮਝਦੇ ਹੋ ਤੁਸੀਂ? ਇਹਦਾ ਕਾਰਨ ਬਚਪਨ ਦਾ ਸੰਯੁਕਤ ਪਰਿਵਾਰ। ਠੀਕ ਹੈ ਜੀ। ਤੇ ਮੇਰੇ ਦਾਦਾ ਜੀ ਇੰਨੀਆਂ ਲੰਬੀਆਂ ਬਾਤਾਂ ਸੁਣਾਉਂਦੇ ਹੁੰਦੇ ਸੀ, ਤੇ ਉਹ ਜਿਵੇਂ ਇੱਕ ਇੱਕ ਬਾਤ ਨੂੰ 3-3 ਰਾਤਾਂ ਤੱਕ ਵੀ ਲੈ ਜਾਂਦੇ ਸੀ, ਬੁਝਾਰਤਾਂ ਪਾਉਂਦੇ ਸੀ ਸਾਨੂੰ ਗਣਿਤ ਦੇ। ਮੈਨੂੰ ਕਹਿੰਦੇ ਸਵਾਏ ਦਾ, ਡੂਢੇ ਦਾ, ਦੋ ਦਾ, ਪਹਾੜਾ, ਇਹ ਉਹਨਾਂ ਮਤਲਬ ਬੋਲਦੇ ਸੀਗੇ। ਉਹ ਬਚਪਨ ਦੇ ਵਿੱਚੋਂ ਜਿਹੜਾ ਇਹ ਚੀਜ਼ ਮੈਨੂੰ ਮਿਲੀ ਹੈ, ਤੇ ਇਹ ਚੀਜ਼ ਮੈਂ ਬਰਕਰਾਰ ਵੀ ਰੱਖੀ ਹੈ। ਮੈਂ ਆਪਣੇ ਬੱਚਿਆਂ ਨੂੰ ਵੀ ਬਾਤਾਂ ਬੁਝਾਰਤਾਂ ਸੁਣਾ ਕੇ ਸੁਣਾਉਂਦੀ ਰਹੀ ਹਾਂ। ਕੀ ਬਾਤ ਹੈ। ਜਿਹਦੇ ਨਾਲ ਮੈਂ ਤੁਹਾਡੀ ਇੱਥੇ ਗੱਲ ਅੱਗੇ ਲੈ ਕੇ ਜਾਂਦੀ ਹਾਂ, ਜਿਹਦੇ ਨਾਲ ਮੇਰੇ ਬੱਚੇ ਵੀ ਸਾਹਿਤ ਨਾਲ ਜੁੜੇ ਨੇ, ਤੇ ਮੇਰੇ ਤਿੰਨੋਂ ਹੀ ਬੱਚੇ ਸਾਹਿਤਕ ਪ੍ਰਕਿਰਿਆ ਦੇ ਵਿੱਚ ਸਾਹਿਤ ਪੜ੍ਹਦੇ ਵੀ ਨੇ ਤੇ ਲਿਖਦੇ ਵੀ ਨੇ। ਕੀ ਬਾਤ ਹੈ ਮੈਮ। ਤੁਹਾਡੀ ਇਸ ਗੱਲ ਨੂੰ ਮੈਂ ਅੱਗੇ ਵੀ ਤੋਰਾਂ, ਜੇ ਜਿਹੜੀ ਤੁਸੀਂ ਗੱਲ ਕਰਕੇ ਉੱਠਿਆ ਸਵਾ ਡੂਢੇ ਦੀ ਗੱਲ, ਦੋਸਤੋ ਮੈਡਮ ਹੋਰਾਂ ਨੇ ਗਣਿਤ ਪਟਿਆਰੀ ਇੱਕ ਅਜਿਹੀ ਕਿਤਾਬ ਦਿੱਤੀ, ਸਾਹਿਤ ਦੇ ਵਿਹੜੇ ਵਿੱਚ ਰੱਖੀ ਉਹ, ਕਿ ਇਹਨਾਂ ਨੇ ਗਣਿਤ ਵਿਸ਼ੇ ਦੇ ਉੱਪਰ ਕਵਿਤਾਵਾਂ ਬਣਾ ਕੇ ਬੱਚਿਆਂ ਨੂੰ ਸਵਾਲ ਜਵਾਬ ਜਿਵੇਂ ਵੀ ਨਿਕਲਦੇ ਸੀ, ਉਹਦੇ ਬਾਰੇ ਜ਼ਰੂਰ ਮੈਮ ਦੱਸੋ। ਹਾਂ ਬਿਲਕੁਲ। ਮੈਂ ਇੱਕ ਗਣਿਤ ਅਧਿਆਪਕਾ ਦੇ ਤੌਰ 'ਤੇ 24 ਸਾਲ ਤੋਂ ਇਸ ਡਿਪਾਰਟਮੈਂਟ ਦੇ ਵਿੱਚ ਜੋਬ ਕਰ ਰਹੀ ਹਾਂ। ਬੱਚਿਆਂ ਨੂੰ ਹੱਸ ਖੇਡ ਕੇ ਪੜ੍ਹਾਉਣਾ, ਬੱਚਿਆਂ ਦੇ ਨਾਲ ਬੱਚਾ ਹੋ ਕੇ ਪੜ੍ਹਾਉਣਾ, ਉਹਨਾਂ ਨੂੰ ਗਣਿਤ ਵਿਸ਼ਾ ਕਦੇ ਵੀ ਔਖਾ ਨਹੀਂ ਲੱਗਿਆ। ਜਦੋਂ ਮੇਰੀ ਪਹਿਲੀ ਕਿਤਾਬ ਆਈ ਤਾਂ ਮੈਨੂੰ ਲੱਗਿਆ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੇਰਾ ਇੱਕ ਸੁਭਾਅ ਹੈ ਕਿ ਕੁਛ ਵੱਖਰਾ ਕਰਨਾ, ਜਿੰਨਾ ਚਿਰ ਕੁਛ ਵੱਖਰਾ ਨਹੀਂ ਹੁੰਦਾ ਮੈਂ ਨਹੀਂ ਕਰਦੀ। ਤਾਂ ਫਿਰ ਮੈਂ ਉਸ ਗਣਿਤ ਵਿਸ਼ੇ ਨੂੰ ਜਿਵੇਂ ਮੈਂ ਬੱਚਿਆਂ ਨੂੰ ਪੜ੍ਹਾਉਂਦੀ ਸੀ ਕਿ ਉਸੇ ਤਰ੍ਹਾਂ ਮੈਂ ਕਵਿਤਾਵਾਂ ਬਣਾਈਆਂ, ਤਾਂ ਉਹ ਗਣਿਤ ਪਟਾਰੀ ਲਿਖੀ। ਇਸੇ ਤਰ੍ਹਾਂ ਗਣਿਤ ਵਿਸ਼ੇ ਨੂੰ ਮੈਂ ਬੁਝਾਰਤਾਂ ਤੇ ਬੋਲੀਆਂ ਦੇ ਵਿੱਚ ਵੀ ਲਿਖਿਆ। ਮੇਰੀਆਂ 3 ਕਿਤਾਬਾਂ ਵੀਰੋ ਆਈਆਂ ਨੇ। ਇੱਕ ਹੈ ਗਣਿਤ ਪਟਾਰੀ, ਗਣਿਤਕ ਬੋਲੀਆਂ, ਗਣਿਤਕ ਬੁਝਾਰਤਾਂ। ਇਸੇ ਤਰ੍ਹਾਂ ਸਕੂਲ ਦੀ ਸਟੇਜ ਤੋਂ ਜਾਂ ਵੱਖ-ਵੱਖ ਸਕੂਲਾਂ 'ਚ ਕਈ ਵਾਰ ਮੈਨੂੰ ਮੋਟੀਵੇਸ਼ਨ ਲੈਕਚਰ ਦੇਣ ਲਈ ਬੁਲਾਉਂਦੇ ਨੇ। ਜੋ ਵੀ ਉੱਥੇ ਮੈਂ ਸਟੇਜ 'ਤੇ ਭਾਸ਼ਣ ਕੀਤੇ, ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਮੈਂ ਇੱਕ ਲੇਖ ਲਿਖੇ, ਜਿਹੜੇ ਕਿ ਮੈਨੂੰ ਲੱਗਿਆ ਕਿ ਸਾਰੇ ਬੱਚਿਆਂ ਤੱਕ ਪਹੁੰਚਣੇ ਚਾਹੀਦੇ ਨੇ। ਉਹ ਮੇਰੀ ਕਿਤਾਬ ਸੀ ਆਪਣੇ ਰਸਤੇ ਆਪ ਚੁਣੋ। ਇੱਕ ਮੇਰਾ ਕਾਵਿ ਸੰਗ੍ਰਹਿ ਆਇਆ ਸੀ ਕਲਮ ਦੀ ਪੁਕਾਰ। ਕਾਗਜ਼ ਤੇ ਟਿਕਣ ਲੱਗੀ ਕਾਨੀ ਲੇਖਕ ਨੂੰ ਸਮਝਾਉਂਦੀ, ਕੁਝ ਮਾੜਾ ਲਿਖਦੀ ਨਾ ਮੈਂ ਹੱਥ ਜੋੜ ਵਾਸਤੇ ਪਾਉਂਦੀ। ਤੇ ਇਸ ਤਰ੍ਹਾਂ ਇਹ 6 ਕਿਤਾਬਾਂ ਜਿਹੜੀਆਂ ਨੇ ਮੇਰੀਆਂ, ਬਹੁਤ ਹੀ ਪਾਠਕਾਂ ਵੱਲੋਂ ਵਧੀਆ ਹੁੰਗਾਰਾ ਮਿਲਿਆ। ਸਿੱਖਿਆ ਵਿਭਾਗ ਵੱਲੋਂ ਵੀ ਬਹੁਤ ਵਧੀਆ ਇਸ ਕਿਤਾਬਾਂ ਨੂੰ ਮਾਣ ਮਿਲਿਆ। ਤੇ ਉਸ ਤੋਂ ਬਾਅਦ ਇਸੇ ਤਰ੍ਹਾਂ ਵਿਦਿਆਰਥੀਆਂ ਦੇ ਵਿੱਚ ਘਟਦੀਆਂ ਨੈਤਿਕ ਕਦਰਾਂ ਕੀਮਤਾਂ, ਹੋਰ ਜਿਹੜਾ ਆਲਾ ਦੁਆਲਾ ਸਾਡਾ ਜਿਹਦੇ ਵਿੱਚ ਅਸੀਂ ਵਿਚਰ ਰਹੇ ਹਾਂ, ਉਸ ਸਾਰੇ ਕਾਸੇ ਨੂੰ ਲੈ ਕੇ ਇੱਕ ਮੇਰਾ ਬਾਲ ਨਾਵਲ ਜਿਹੜਾ ਹੈ, ਬਹੁਤ ਛੇਤੀ ਹੀ ਨੰਨੇ ਪਾਠਕਾਂ ਦੇ ਹੱਥ 'ਚ ਹੋਊਗਾ, ਸੁਪਨਿਆਂ ਦੀ ਉਡਾਣ। ਤੇ ਉਸ ਨਾਵਲ ਨੂੰ ਤੁਸੀਂ ਪੜ੍ਹ ਕੇ ਹੀ ਦੱਸੋਗੇ ਕਿ ਤੁਹਾਨੂੰ ਉਹਦੇ ਵਿੱਚੋਂ ਕਿਸ ਤਰ੍ਹਾਂ ਦਾ ਜਿਹੜਾ ਟੇਸਟ ਹੈ ਉਹ ਆਇਆ। ਉਹਦੇ ਬਾਰੇ ਮੈਂ ਇਸ ਤੋਂ ਵੱਧ ਗੱਲ ਨਹੀਂ ਕਰੂੰਗੀ, ਉਹਨੂੰ ਪੜ੍ਹ ਕੇ ਹੀ ਤੁਸੀਂ ਦੱਸੋਗੇ। ਬਿਲਕੁਲ ਜੀ ਮੈਮ, ਜ਼ਰੂਰ ਜੀ। ਬਾਕੀ ਲਿਖਤਾਂ ਵਾਂਗ ਇਹ ਵੀ ਸੋਹਣਾ ਹੀ ਹੋਏਗਾ ਜਿਵੇਂ ਅਸੀਂ ਜਾਣਦੇ ਹਾਂ। ਮੈਮ ਕਹਾਣੀ, ਕਵਿਤਾ ਤੇ ਮਿੰਨੀ ਕਹਾਣੀ ਜਾਂ ਆਪਾਂ ਗਜ਼ਲ ਗੀਤ ਕਹਿ ਲਈਏ, ਸਾਹਿਤ ਦੀਆਂ ਅਲੱਗ-ਅਲੱਗ ਵਿਧਾਵਾਂ ਨੇ। ਬਿਲਕੁਲ। ਲੇਖਕ ਨੂੰ ਵਿਸ਼ੇ ਦੀ ਲੋੜ ਹੁੰਦੀ ਹੈ ਲਿਖਣ ਲਈ। ਤੁਸੀਂ ਇਹ ਕਿਵੇਂ ਤੈਅ ਕਰਦੇ ਹੋ ਕਿ ਵਿਸ਼ਾ ਕਿਸ ਵਿਧਾ ਨਾਲ ਲਿਖਿਆ ਜਾਵੇ? ਹਰਜੀਤ ਵੀਰ, ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ। ਅਕਸਰ ਮੈਨੂੰ ਬਹੁਤ ਸਾਰੇ ਸਾਹਿਤਕਾਰ ਕਈ ਵਾਰ ਫੋਨ ਜਾਂ ਮੈਸੇਜ ਆ ਜਾਂਦਾ ਹੈ ਕਿ ਤੁਸੀਂ ਬਹੁਤ ਸਾਰੀਆਂ ਵਿਧਾਵਾਂ 'ਚ ਲਿਖਦੇ ਹੋ, ਤੁਸੀਂ ਕਵਿਤਾ ਦੇ ਰਾਹ ਹੀ ਚੱਲੋ। ਕਈ ਤਾਂ ਇਹ ਵੀ ਕਹਿ ਦਿੰਦੇ ਨੇ। ਮੈਂ ਕਿਹਾ ਬਈ ਮੇਰੀ ਹਰ ਰਚਨਾ ਆਪਣੀ ਵਿਧਾ ਆਪ ਚੁਣ ਲੈਂਦੀ। ਕੀ ਬਾਤ ਹੈ। ਜਿਸ ਤਰ੍ਹਾਂ ਪਾਣੀ ਨੂੰ ਜਿਹੋ ਜਿਹੇ ਭਾਂਡੇ 'ਚ ਪਾਓ ਉਹਦਾ ਆਕਾਰ ਉਹੀ ਹੋ ਜਾਂਦਾ। ਇਸੇ ਤਰ੍ਹਾਂ ਹਰ ਰਚਨਾ ਆਪਣੀ ਵਿਧਾ ਆਪ ਚੁਣ ਲੈਂਦੀ ਹੈ। ਮੈਂ ਕਦੇ ਇਸ ਬੰਦਿਸ਼ 'ਚ ਨਹੀਂ ਰਹੀ ਕਿ ਮੈਂ ਕਵਿਤਾ ਹੀ ਲਿਖਣੀ ਹੈ ਜਾਂ ਮੈਂ ਕਹਾਣੀ ਹੀ ਲਿਖਣੀ ਹੈ ਜਾਂ ਮੈਂ ਲੇਖ ਹੀ ਲਿਖਣਾ ਹੈ। ਬਿਲਕੁਲ ਮੈਮ, ਇਹ ਗੱਲ ਇੱਦਾਂ ਵੀ ਹੈ ਜਦੋਂ ਆਪਾਂ ਸਾਹਿਤਕ ਹਲਕਿਆਂ 'ਚ ਵਿਚਰਦੇ ਹਾਂ, ਸਾਹਿਤਕ ਵਿਦਵਾਨਾਂ ਦੀ ਗੱਲ ਕਰਦੇ ਹਾਂ, ਜਿਹੜੇ ਸਾਡੇ ਰਾਹ ਦਸੇਰੇ ਨੇ, ਉਹਨਾਂ ਦਾ ਵੀ ਇਹੀ ਕਹਿਣਾ ਹੁੰਦਾ ਕਿ ਜੇ ਤੁਸੀਂ ਕਵਿਤਾ ਲਿਖ ਰਹੇ ਹੋ ਤਾਂ ਤੁਸੀਂ ਕਵਿਤਾ ਦੇ ਉੱਪਰ ਕੰਮ ਕਰੋ, ਜੇ ਤੁਸੀਂ ਕਹਾਣੀ ਲਿਖ ਰਹੇ ਹੋ ਤਾਂ ਕਹਾਣੀ ਲਿਖਣ ਦੇ ਉੱਪਰ ਕੰਮ ਕਰੋ। ਪਰ ਤੁਹਾਡਾ ਜਿਹੜਾ ਹੈਗਾ ਉਹ ਇੱਕ ਲੰਮਾ ਸਫ਼ਰ ਹੈ ਸਾਹਿਤ ਦੇ ਵਿਹੜੇ ਦੀ ਆਪਾਂ ਗੱਲ ਕਰੀਏ। ਤੁਸੀਂ ਹਰ ਵਿਧਾ ਨੂੰ ਨਿਭਾਇਆ ਵੀ ਹੈ ਔਰ ਉਹਦੇ 'ਚ ਪਰਪੱਕ ਵੀ ਹੋ। ਤੁਸੀਂ ਬਹੁਤ ਕਮਾਲ ਦੀ ਕਹਾਣੀ ਲਿਖਦੇ ਹੋ,
ਜਿਹੜੀ ਕਵਿਤਾ ਤੁਹਾਡੀ ਉਹ 'ਚ ਵਜ਼ਨ ਬਹਿਰ ਤਾਂ ਆਪਾਂ ਜਾਣਦੇ ਹਾਂ ਬਹੁਤ ਕਮਾਲ ਦਾ ਹੁੰਦਾ ਮੈਮ। ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੋਗੇ? ਹਾਂ, ਮੈਂ ਪਹਿਲਾਂ ਤੁਹਾਡੇ ਇਸ ਸਵਾਲ ਤੇ ਇੱਕ ਛੋਟੀ ਜਿਹੀ ਗੱਲ ਕਰਨਾ ਚਾਹੁੰਦੀ ਹਾਂ। ਹੋ ਸਕਦਾ ਹੈ ਮੈਂ ਸਹੀ ਨਾ ਹੋਵਾਂ, ਵਿਚਾਰ ਹਰ ਇੱਕ ਦੇ ਆਪਣੇ ਹੁੰਦੇ ਨੇ, ਹਰ ਇੱਕ ਨੂੰ ਆਪਣੇ ਵਿਚਾਰ ਸਾਂਝੇ ਕਰਨ ਦੀ ਖੁੱਲ੍ਹ ਹੁੰਦੀ ਹੈ। ਮੈਂ ਕਵਿਤਾ ਲਿਖਦੀ ਹਾਂ, ਕਵਿਤਾ ਨੂੰ ਛੋਟੇ ਰੂਪ ਦੇ ਵਿੱਚ ਆਪਾਂ ਲਿਖਦੇ ਹਾਂ, ਹੈ ਨਾ। ਮੇਰੇ ਬਹੁਤ ਸਾਰੇ ਲੇਖ ਛਪੇ ਨੇ, ਜਿਵੇਂ ਅਜੀਤ ਦੇ ਵਿੱਚ ਲੇਖ ਛਪਦੇ ਨੇ, 3-3 4-4 ਦਿਨ ਰੁਕੇ ਮਤਲਬ ਜਿਹੜੇ ਨੇ ਫੋਨ ਆਉਂਦੇ ਨੇ। ਪਿੱਛੇ ਜੇ ਮੇਰਾ ਦੁੱਖ ਸੁੱਖ ਤ੍ਰਿਵੈਣੀ ਦੇ ਲੇਖ ਛਪਿਆ ਸੀਗਾ, ਹੈ ਨਾ। ਜਾਗੋ ਵਿੱਚੋਂ ਸੈੱਲ ਮੁੱਕ ਗਏ, ਉਹਨਾਂ ਚੀਜ਼ਾਂ ਨੂੰ ਅਸੀਂ ਕਵਿਤਾ 'ਚ ਨਹੀਂ ਪਰੋ ਸਕਦੇ, ਉਹ ਰਸ ਲੇਖ 'ਚ ਹੀ ਆਉਂਦਾ। ਕਿਆ ਬਾਤ ਹੈ, ਬਿਲਕੁਲ। ਕਿਸੇ ਲੜੀ ਨੂੰ ਸ਼ੁਰੂ ਕਰਕੇ ਉਹਨੂੰ ਤੋੜ ਕੇ ਝਟਕਾਉਣਾ ਕਹਾਣੀ ਦੇ ਵਿੱਚ ਹੀ ਆਊਗਾ। ਇੱਕ ਰਸ ਨੂੰ ਪਰੋਣਾ, ਜਿਵੇਂ ਇੱਕ ਵਿਰਾਗਮਈ ਮੇਰੇ ਵਿੱਚ ਕਈ ਦਿਨ ਵਿਚਾਰ ਜਿਹੜੇ ਨੇ ਉਹ ਚੱਲਦੇ ਰਹੇ। ਕਿਸੇ ਵੇਲੇ ਦੀ ਗੱਲ ਯਾਦ ਆਈ, ਜਦੋਂ ਮੇਰੀ ਛੋਟੀ ਬੇਟੀ ਨੇ ਮੈਥੋਂ ਇੱਕ ਗੱਲ ਪੁੱਛੀ ਸੀ ਕਿ ਮੇਰੀ ਲੋਹੜੀ ਦੀਆਂ ਤੁਸੀਂ ਕਦੇ ਮੈਨੂੰ ਗੱਲਾਂ ਨਹੀਂ ਦੱਸੀਆਂ। ਅਸੀਂ ਕਿਸੇ ਬੱਚੇ ਦੀ ਲੋਹੜੀ ਦੀਆਂ ਗੱਲਾਂ ਕਰਦੇ ਸੀ, ਤਾਂ ਉੱਥੋਂ ਮੇਰੀ ਇੱਕ ਰਚਨਾ ਬਣੀ ਨੰਨੀ ਪਰੀ। ਨੰਨੀ ਪਰੀ ਇੱਕ ਦਿਨ ਬੁੱਕਲ 'ਚ ਬਹਿ ਗਈ, ਤੋਤਲੀ ਜ਼ੁਬਾਨ ਵਿੱਚ ਬੜਾ ਕੁਝ ਕਹਿ ਗਈ। ਮੰਮੀ ਮੇਰੇ ਜੰਮਣ ਤੇ ਨਿੰਮ ਕਿਹਨੇ ਬੰਨਿਆ, ਕਿਹੜੇ ਕਿਹਨੇ ਗੀਤ ਗਾਏ, ਕਿਹੜਾ ਲਾਗੀ ਮੰਨਿਆ। ਠੀਕ ਹੈ। ਦਾਦਾ ਜੀ ਨੇ ਦੱਸੋ ਹਲਵਾਈ ਕਿਹੜਾ ਮੰਗਵਾਇਆ ਸੀ, ਮਾਮੀਆਂ ਤੇ ਮਾਸੀਆਂ ਨੇ ਕਿੰਨਾ ਗਿੱਧਾ ਪਾਇਆ ਸੀ। ਇਹ ਚੀਜ਼ ਇੱਕ ਵਿਰਾਗ, ਇੱਕ ਕਵਿਤਾ, ਇੱਕ ਰਸ ਬਣ ਕੇ ਤੁਹਾਡੇ ਅੰਦਰੋਂ ਨਿਕਲ ਰਹੀ। ਇਹਨੂੰ ਤੁਸੀਂ ਕਹਾਣੀ 'ਚ ਨਹੀਂ ਕਹਿ ਸਕਦੇ। ਇਹਨੂੰ ਕਹਾਣੀ 'ਚ ਨਹੀਂ, ਇਹਦਾ ਰਸ ਤੁਹਾਨੂੰ ਉਸੇ ਤਰ੍ਹਾਂ ਹੀ ਆਉਂਦਾ। ਬਿਲਕੁਲ ਬਿਲਕੁਲ। ਅਸਲ 'ਚ ਜਿਵੇਂ ਰਚਨਾ ਕੋਈ ਵੀ ਹੈ, ਜਿਵੇਂ ਆਪਾਂ ਕਹਾਣੀ ਦੀ ਗੱਲ ਕਰਦੇ ਹਾਂ ਜਾਂ ਵਿਧਾ ਚੁਣਨ ਦੀ ਗੱਲ ਕਰਦੇ ਹਾਂ, ਉਹਦਾ ਮੰਤਵ ਇਹੀ ਹੁੰਦਾ ਕਿ ਪਾਠਕਾਂ ਦੇ ਮਨ ਤੱਕ ਕਿਵੇਂ ਉਤਰਿਆ ਜਾ ਸਕੇ। ਮੈਂ ਇਸ ਗੱਲ ਨੂੰ ਅੱਗੇ ਵੀ ਲੈ ਕੇ ਜਾਂਦਾ ਕਿ ਸਾਹਿਤਕ ਵਿਦਵਾਨ ਦੀ ਮੈਂ ਗੱਲ ਕਰਦਾ, ਉਹਨਾਂ ਨੇ ਬਹੁਤ ਬਾਖੂਬੀ ਕਿਹਾ ਸੀ ਕਿ ਜੇ ਆਪਾਂ ਪਿੰਗਲ ਦੀ ਗੱਲ ਕਰੀਏ ਜਾਂ ਜਿਹੜੇ ਹੋਰ ਵੀ ਮੈਥਡ ਜਿਨ੍ਹਾਂ ਨੂੰ ਵਿਆਕਰਨ ਦੀ ਆਪਾਂ ਗੱਲ ਕਰੀਏ, ਪਹਿਲਾਂ ਸਾਹਿਤ ਪੈਦਾ ਹੋਇਆ, ਵਿਆਕਰਨ ਬਾਅਦ ਵਿਆਕਰਨ ਦਾ ਜਨਮ ਉਹ ਤੋਂ ਬਾਅਦ ਹੁੰਦਾ। ਇਸ ਕਰਕੇ ਲਿਖਣਾ ਬਹੁਤ ਜ਼ਰੂਰੀ ਹੈ। ਜਿਹੜੀਆਂ ਬਾਕੀ ਆਪਾਂ ਮਤਲਬ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਹੋ ਸਕਦਾ ਮੈਂ ਨਾ ਪਰਪੱਕ ਹੋਵਾਂ, ਜਿਹੜੀਆਂ ਬਾਕੀ ਕਾਂਟ ਛਾਂਟ ਹੈਗੀ ਆ ਉਹ ਅਗਲੇ ਬੰਦਿਆਂ ਦਾ ਕੰਮ ਹੈ, ਜਾਣੀ ਕਿ ਉਹ ਤੋਂ ਬਾਅਦ ਦਾ ਕੰਮ ਹੈ। ਪਹਿਲਾ ਕੰਮ ਲਿਖਣਾ ਹੈ। ਬਿਲਕੁਲ ਮੈਮ, ਕੀ ਸੁਨੇਹਾ ਦਿਓਗੇ ਜਾਂਦੇ ਜਾਂਦੇ? ਬਿਲਕੁਲ, ਮੈਂ ਪਹਿਲਾਂ ਵੀ ਇਹ ਸੁਨੇਹਾ ਪਰੋ ਚੁੱਕੀ ਹਾਂ ਆਪਣੀ ਗੱਲਬਾਤ ਦੇ ਵਿੱਚ। ਮੈਂ ਨਵੀਂ ਪੀੜ੍ਹੀ ਨੂੰ ਇਹ ਬਿਲਕੁਲ ਸੁਨੇਹਾ ਦਿੰਦੀ ਹਾਂ ਕਿ ਸਾਹਿਤ ਨਾਲ ਜੁੜੋ। ਸਾਹਿਤ ਇੱਕ ਅਜਿਹੀ ਚੀਜ਼ ਹੈ, ਕਿਤਾਬਾਂ ਇੱਕ ਅਜਿਹੀ ਚੀਜ਼ ਹੈ ਜਿਹੜੀਆਂ ਕਦੇ ਵੀ ਤੁਹਾਨੂੰ ਇਕੱਲਾਪਣ ਨਹੀਂ ਰਹਿਣ ਦਿੰਦੀਆਂ, ਜਿਨ੍ਹਾਂ ਦੇ ਵਿੱਚੋਂ ਜ਼ਿੰਦਗੀ ਜਿਉਣ ਦੀ ਸਾਨੂੰ ਕਲਾ ਮਿਲਦੀ ਹੈ। ਅਤੇ ਸਾਹਿਤਕਾਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਨਵੀਂ ਪੀੜ੍ਹੀ ਅੱਗੇ ਅਜਿਹਾ ਅੰਮ੍ਰਿਤ ਪਰੋਸੋ ਕਿ ਉਹਨੂੰ ਪੀ ਕੇ ਉਹ ਬਲਵਾਨ ਬਣਨ, ਅਜਿਹਾ ਜ਼ਹਿਰ ਨਾ ਪਰੋਸੋ ਕਿ ਉਹਨੂੰ ਖਾ ਕੇ ਉਹ ਸਾਡੇ ਸਮਾਜ ਦੇ ਵਿੱਚ ਇੱਕ ਅਜਿਹੀ ਕੁਰੀਤੀਆਂ ਪੈਦਾ ਹੋ ਜਾਣ ਜਿਹਦੇ ਨਾਲ ਅਸੀਂ ਇਹ ਕਹਿਣ ਜੋਗੇ ਨਾ ਰਹੀਏ ਕਿ ਅਸੀਂ ਸਾਹਿਤਕਾਰ। ਕੀ ਬਾਤ ਹੈ, ਬਹੁਤ ਵੱਡੀ ਗੱਲ ਤੁਸੀਂ ਅਜੋਕੇ ਸਮੇਂ ਤੇ ਢੁੱਕਦੀ ਗੱਲ ਮੈਂ ਸੁਨੇਹੇ ਦੇ ਵਿੱਚ ਪਰੋਈ ਹੈ। ਦੋਸਤੋ, ਕਲਮ ਦਾ ਸਫ਼ਰ ਇਸ ਪ੍ਰੋਗਰਾਮ ਦਾ ਅਸੀਂ ਮੈਡਮ ਸੁਖਵਿੰਦਰ ਕੌਰ ਸਿੱਧੂ ਹੋਰਾਂ ਤੋਂ ਆਗਾਜ਼ ਕਰ ਰਹੇ ਹਾਂ ਅਤੇ ਸਾਡਾ ਮਕਸਦ ਵੀ ਇਹੀ ਹੈ ਕਿ ਇੱਕ ਕਲਮਕਾਰ ਦੀ ਜਿਹੜਾ ਜੀਵਨ ਹੈ, ਕਿੱਥੋਂ ਉਹਦੀ ਕਲਮ ਦੀ ਸ਼ੁਰੂਆਤ ਹੋਈ, ਉਹ ਤੁਹਾਡੇ ਸਾਹਮਣੇ ਪੇਸ਼ ਕਰੀਏ। ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ, ਇਸ ਬਾਰੇ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।